ਵੱਡੀਆਂ ਵੱਡੀਆਂ ਦੂਰੀਆਂ ਨੇ, ਮਨੁੱਖ ਨੇ ਉਹਨਾਂ ਦੂਰੀਆਂ ਨੂੰ ਘਟਾਉਣ ਦੇ ਲਈ ਜਹਾਜ਼ ਬਣਾਇਆ ਹੈ, ਮੋਟਰਸਾਈਕਲਾਂ ਬਣਾਈਆਂ ਨੇ, ਗੱਡੀਆਂ ਬਣਾਈਆਂ ਨੇ। ਪਹਿਲਾਂ ਕਦੇ ਅਮਰੀਕਾ ਤੇ ਭਾਰਤ ਦੇ ਵਿੱਚ ਆਉਣ ਜਾਣ 'ਚ ਸਾਲ ਦਾ ਵਕਤ ਲੱਗਦਾ ਹੋਏਗਾ, 6 ਮਹੀਨਿਆਂ ਦਾ ਵਕਤ ਵੀ ਲੱਗਦਾ ਹੋਏਗਾ, ਪਰ ਅੱਜ ਐਸਾ ਨਹੀਂ ਹੈ। ਅੱਜ ਤੇ ਸਿਰਫ 2 ਦਿਨ ਲੱਗਦੇ ਨੇ, ਇੱਕੋ ਦਿਨ ਲੱਗਦਾ ਹੈ ਮਨੁੱਖ ਕੈਨੇਡਾ ਤੇ ਅਮਰੀਕਾ ਪਹੁੰਚ ਜਾਂਦਾ। ਦੂਰੀਆਂ ਘਟ ਗਈਆਂ। ਉਹਨਾਂ ਦੂਰੀਆਂ ਨੂੰ, ਸਰੀਰਿਕ ਦੂਰੀਆਂ ਨੂੰ ਘਟਾਉਣ ਦੇ ਲਈ ਬੜੇ ਵੱਡੇ ਤੇ ਸੁਚੱਜੇ ਯੋਗ ਪ੍ਰਬੰਧ ਮਨੁੱਖ ਨੇ ਆਪਣੀ ਬੁੱਧੀ ਦੇ ਅਨੁਸਾਰ ਕਰ ਲਏ। ਹੁਣ ਵੱਡੀਆਂ ਵੱਡੀਆਂ ਦੂਰੀਆਂ ਮਿੰਟਾਂ ਸੈਕਿੰਡਾਂ ਦੇ ਵਿੱਚ ਪਹੁੰਚ ਜਾਂਦਾ ਮਨੁੱਖ। ਕਿ ਪਰਮਾਤਮਾ ਦੀ ਤੇ ਇੱਕ ਸੇਵਕ ਦੀ ਦੂਰੀ, ਮਨੁੱਖ ਦੀ ਦੂਰੀ ਵੀ ਕਦਮਾਂ ਦੀ ਦੂਰੀ ਹੈ। ਜੇ ਕਿਤੇ ਇਹ ਦੂਰੀ ਕਦਮਾਂ ਦੀ ਹੁੰਦੀ ਫਿਰ ਸਾਰੇ ਸੰਸਾਰ ਨਹੀਂ ਪਹੁੰਚ ਜਾਣਾ ਸੀ। ਜੇ ਕਿਤੇ ਇਹ ਦੂਰੀ ਪੈਦਲ ਚੱਲਣ ਦੀ ਹੁੰਦੀ ਸਾਰੀ ਦੁਨੀਆ ਨੇ ਪਰਮਾਤਮਾ ਕੋਲ ਪਹੁੰਚ ਜਾਣਾ ਸੀ। ਸਾਰੀ ਦੁਨੀਆ ਨਹੀਂ ਪਹੁੰਚ ਪਾਉਂਦੀ, ਕੋਈ ਕੋਈ ਚੱਲਦਾ ਹੈ ਤੇ ਕੋਈ ਕੋਈ ਪਹੁੰਚਦਾ ਹੈ। ਤੇ ਪਰਮਾਤਮਾ ਦਾ ਮਾਰਗ ਕੈਸਾ ਹੈ? ਆਨੰਦ ਦਾ, ਜਿੱਥੇ ਸਦਾ ਹੀ ਗਮ ਤੋਂ ਰਹਿਤ ਜ਼ਿੰਦਗੀ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਐਸਾ ਮਾਰਗ ਜਿੱਥੇ ਪਹੁੰਚ ਕੇ ਸਿਰਫ ਆਨੰਦ ਹੀ ਆਨੰਦ ਰਹਿ ਜਾਂਦਾ ਹੈ, ਬਾਕੀ ਸਭ ਕੁਝ ਖਤਮ ਹੋ ਜਾਂਦਾ ਹੈ, ਦੁੱਖ ਸਾਰੇ ਹੀ ਖਤਮ ਹੋ ਜਾਂਦੇ ਨੇ। ਰਵਿਦਾਸ ਜੀ ਨੇ ਇਹਦਾ ਜ਼ਿਕਰ ਵੀ ਕੀਤਾ, ਪੂਰਾ ਦੇ ਪੂਰਾ ਐਡਰੈਸ ਬਣਾਇਆ ਉੱਥੋਂ ਦਾ। ਜਦੋਂ ਐਸੀ ਅਵਸਥਾ ਤੇ ਮਨੁੱਖ ਪਹੁੰਚਦਾ ਹੈ ਨਾ, ਜਦੋਂ ਰੱਬ ਦੇ ਕੋਲ ਅਵਸਥਾ ਤੇ ਪਹੁੰਚ ਜਾਂਦਾ ਹੈ, ਸੁਰਤ ਉਹਦੇ ਵਿੱਚ ਜੁੜ ਜਾਂਦੀ ਹੈ, ਫਿਰ ਕੈਸਾ ਚਾਨਣ ਹੁੰਦਾ ਉਹ ਖਿੱਚਿਆ ਉਹਨਾਂ ਨੇ। ਹੁਣ ਐਸਾ ਚਾਨਣ ਕਦੇ ਕਦੇ ਕਿਸੇ ਵਿਰਲੇ ਮਨੁੱਖ ਨੂੰ ਹੁੰਦਾ ਹੈ। ਹਰੇਕ ਮਨੁੱਖ ਦੀ ਜ਼ਿੰਦਗੀ ਦੁੱਖਾਂ ਤੇ ਤਕਲੀਫਾਂ ਵਿੱਚ ਚੱਲ ਰਹੀ ਹੈ, ਇੱਛਾਵਾਂ ਵਿੱਚ ਚੱਲਦੀ ਹੈ, ਕਸ਼ਟਾਂ ਵਿੱਚ ਚੱਲਦੀ ਹੈ ਔਰ ਚੱਲ ਰਹੀ ਹੈ। ਕਈ ਵਾਰੀ ਮਨੁੱਖ ਨੂੰ ਨਾ ਦੁੱਖਾਂ ਵਿੱਚ ਜੀਉਣ ਦੀ ਵੀ ਆਦਤ ਪੈ ਜਾਂਦੀ ਹੈ, ਇਹ ਵੀ ਯਾਦ ਰੱਖਣਾ। ਕਈ ਵਾਰੀ ਮਨੁੱਖ ਨੂੰ ਬਿਮਾਰੀਆਂ ਵਿੱਚ ਜੀਣ ਦੀ ਵੀ ਆਦਤ ਪੈ ਜਾਂਦੀ ਹੈ, ਆਦੀ ਹੋ ਜਾਂਦਾ ਹੈ ਮਨੁੱਖ। ਇਸ ਕਰਕੇ ਆ ਜ਼ਿੰਦਗੀ ਅਸੀਂ ਜੀ ਰਹੇ ਹਾਂ, ਬੇਸ਼ਤਰ ਮਨੁੱਖ ਆਦੀ ਹੋ ਗਏ ਨੇ ਜ਼ਿੰਦਗੀ ਦੇ। ਰੋਜ਼ ਰਾਤ ਨੂੰ ਸੌਂਦੇ ਨੇ, ਸਵੇਰੇ ਉੱਠਦੇ ਨੇ ਇਸੇ ਆਸ ਵਿੱਚ ਸ਼ਾਇਦ ਅੱਜ ਸੁੱਖ ਮਿਲੇਗਾ, ਰੋਜ਼ ਦੀ ਰੋਜ਼ ਇਹੀ ਆਸ਼ਾ। ਚਲੋ ਅੱਜ ਤੇ ਸੁੱਖ ਨਹੀਂ ਮਿਲਿਆ, ਹੋਰ ਸਾਲ 2 ਸਾਲਾਂ ਨੂੰ ਮਿਲੇਗਾ, ਬੱਚੇ ਜਵਾਨ ਹੋ ਜਾਣਗੇ ਫਿਰ ਮਿਲੇਗਾ। ਚਲੋ ਬੱਚਿਆਂ ਦੇ ਵਿੱਚ ਤੇ ਨਹੀਂ ਮਿਲਿਆ, ਪੋਤਰਿਆਂ ਦੇ ਵਿੱਚ ਮਿਲ ਜਾਏਗਾ, ਇਸੇ ਆਸ਼ਾ ਵਿੱਚ। ਅੱਜ ਛੋਟਾ ਬਿਜ਼ਨਸ ਹੈ, ਅੱਜ ਆਨੰਦ ਨਹੀਂ ਆ ਰਿਹਾ, ਵੱਡਾ ਹੋ ਜਾਏਗਾ ਫਿਰ ਆ ਜਾਏਗਾ। ਬਿਜ਼ਨਸ ਵੱਡਾ ਵੀ ਹੋ ਗਿਆ, ਨਹੀਂ ਆਇਆ। ਸ਼ਾਇਦ ਇੱਕੋ ਹੀ ਦੇਸ਼ ਵਿੱਚ ਬਿਜ਼ਨਸ ਹੈ, 5-4 ਦੇਸ਼ਾਂ ਵਿੱਚ ਹੋ ਜਾਏਗਾ, ਫਿਰ ਆਨੰਦ ਆ ਜਾਏਗਾ। ਇਹੀ ਆਸ਼ਾ ਰੋਜ਼ ਰੋਜ਼। ਸਵੇਰੇ ਉੱਠਦਾ ਹੈ, ਰਾਤੀ ਸੌਂਦਾ ਹੈ, ਇਸੇ ਆਸ਼ਾ ਵਿੱਚ। ਸਵੇਰੇ ਉੱਠ ਰਿਹਾ ਮਨੁੱਖ ਇਸੇ ਆਸ਼ਾ ਵਿੱਚ। ਕੋਈ ਵਿਰਲਾ ਮਨੁੱਖ ਹੁੰਦਾ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਤੇ ਬੜਾ ਆਨੰਦ ਹੁੰਦਾ ਹੈ। ਉਸ ਦਾ ਚਿਹਰਾ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿਸੇ ਆਨੰਦ ਵਿੱਚ ਜੀ ਰਿਹਾ ਹੈ। ਨਹੀਂ, ਮਨੁੱਖ ਦਾ ਚਿਹਰਾ ਹੀ ਦੱਸ ਦਿੰਦਾ ਇਹ ਕਿੱਥੇ ਜੀ ਰਿਹਾ ਹੈ, ਉਹਨੂੰ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਨੂੰ। ਭਗਤ ਰਵਿਦਾਸ ਜੀ ਨੇ ਉਹ ਪੂਰਾ ਵਾਤਾਵਰਣ ਐਡਰੈਸ ਕੀਤਾ ਹੈ। ਜਦੋਂ ਮਨੁੱਖ ਪਰਮਾਤਮਾ ਦੀ ਅਵਸਥਾ ਤੇ ਪਹੁੰਚਦਾ ਹੈ, ਉਸ ਦੀ ਅਵਸਥਾ ਕੈਸੀ ਹੋ ਜਾਂਦੀ ਹੈ। ਬੇਗਮ ਪੂਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤਹਿ ਠਾਓ।
कैसा है ਉਹਦਾ ਦੁਆਰਾ ਜਿੱਥੇ ਦੁੱਖ ਨਹੀਂ। ਜਦੋਂ ਹੀ ਸੁਰਤ ਉੱਥੇ ਪਹੁੰਚ ਜਾਂਦੀ ਹੈ ਦੁੱਖ ਖਤਮ ਹੋ ਜਾਂਦੇ ਨੇ, ਰੋਗ ਖਤਮ ਹੋ ਜਾਂਦੇ ਨੇ, ਸੋਗ ਖਤਮ ਹੋ ਜਾਂਦੇ ਨੇ। ਜਿਵੇਂ ਹੀ ਸੁਰਤ ਪਰਮਾਤਮਾ ਦੇ ਵਿੱਚ ਅਭੇਦ ਹੁੰਦੀ ਹੈ, ਆ ਪੂਰਾ ਹੁਕਮ ਚੱਲ ਰਿਹਾ ਹੈ, ਇਸ ਦੇ ਵਿੱਚ ਅਭੇਦ ਹੋ ਜਾਏਗੀ। ਜਿਵੇਂ ਸੁਰਤ ਇਸ ਦੇ ਵਿੱਚ ਮਿਲ ਜਾਏਗੀ ਉਸੇ ਦਿਨ ਸਮਝ ਗਹਿਰੀ ਹੋ ਜਾਏਗੀ, ਵੱਧ ਜਾਏਗੀ, ਸਭ ਕੁਝ ਖਤਮ, ਦੁੱਖ ਵੀ ਖਤਮ, ਤਕਲੀਫਾਂ ਵੀ ਖਤਮ, ਰੋਗ ਵੀ ਖਤਮ। ਪਰ ਮਨੁੱਖ ਨੇ ਦੁੱਖ ਤੇ ਤਕਲੀਫਾਂ ਦੂਰ ਕਰਨ ਦੇ ਲਈ ਹੋਰ ਬੜੇ ਉਪਰਾਲੇ ਕੀਤੇ ਹੋਏ ਨੇ। ਮੈਂ ਅਕਸਰ ਇਹ ਬੇਨਤੀ ਕਰਦਾ ਹਾਂ, ਮਨੁੱਖ ਦੁੱਖ ਅਤੇ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਪਰਮਾਤਮਾ ਨੂੰ ਸਾਧਨ ਦੇ ਵਜੋਂ ਵਰਤਦਾ ਹੈ, ਤੇ ਜਿਹੜੇ ਪਦਾਰਥ ਨੇ ਇਹ ਸਾਧਿਆ ਬਣ ਜਾਂਦੇ ਨੇ। ਮਨੁੱਖ ਨੂੰ ਇਵੇਂ ਲੱਗਦਾ ਪਿਆ ਹੈ ਮੇਰੇ ਦੁੱਖਾਂ ਦਾ ਕਾਰਨ ਇੱਕੋ ਹੈ, ਮੇਰੇ ਕੋਲ ਸਾਧਨ ਘੱਟ ਨੇ। ਗੱਡੀ ਤੇ ਇੱਧਰ ਉੱਧਰ ਜਾਣਾ ਹੁੰਦਾ ਹੈ, ਗੱਡੀ ਛੋਟੀ ਹੈ, ਸਾਧਨ ਘੱਟ ਨੇ, ਵੱਡੀ ਤੇ ਜਾਵਾਂਗਾ, ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਮੇਰੀ ਵੀ ਹੋ ਜਾਏਗੀ। ਫਿਰ ਉਹ ਕੋਈ ਇੱਜ਼ਤ ਕਰੇਗਾ, ਕੋਈ ਕਹੇਗਾ ਬੜਾ ਵੱਡਾ ਮਨੁੱਖ ਹੈ, ਇੱਕਦਮ ਅੰਦਰ ਸ਼ਾਂਤੀ ਮਿਲੇਗੀ, ਇਹ ਸੋਚਦਾ ਹੈ। ਮਨੁੱਖ ਦੀ ਸੋਚ ਇੱਥੋਂ ਤਾਈਂ ਹੈ, ਸ਼ਾਇਦ ਮੇਰੀ ਜ਼ਿੰਦਗੀ ਦਾ ਰਹੱਸ ਇਹਦੇ ਵਿੱਚ ਹੈ। ਕਿਸ ਚੀਜ਼ ਦੇ ਵਿੱਚ? ਮੇਰੇ ਕੋਲ ਸਾਧਨਾਂ ਦੀ ਕਮੀ ਹੈ। ਮਹਾਰਾਜ ਕਹਿੰਦੇ ਇਹ ਹੈ ਹੀ ਨਹੀਂ ਗੱਲ, ਸਾਧਨਾਂ ਦੀ ਕਮੀ ਨਹੀਂ, ਅਸਲ ਦੇ ਵਿੱਚ ਜ਼ਿੰਦਗੀ 'ਚ ਦੁੱਖ ਤੇ ਤਕਲੀਫ ਦਾ ਕਾਰਨ ਹੈ ਤੇਰੇ ਕੋਲ ਸਾਧਿਆਂ ਦੀ ਕਮੀ ਹੈ। ਜਿਸ ਨੇ ਸਾਧਨ ਬਣਾਏ ਨੇ ਉਹਨੂੰ ਯਾਦ ਨਹੀਂ, ਸਾਧਨ ਬਣਾਉਣ ਵਾਲਾ ਯਾਦ ਆ ਗਿਆ, ਫਿਰ ਛੋਟੀ ਜੀ ਛਪਰੀ ਦੇ ਵਿੱਚ ਵੀ ਕੀਰਤਨ ਹੀ ਕੀਰਤਨ, ਆਨੰਦ ਹੀ ਆਨੰਦ। ਫਿਰ ਜਿਹੜੀ ਛੋਟੀ ਜੀ ਛਪਰੀ ਹੈ ਉਹ ਵੀ ਸੱਚਖੰਡ ਬਣ ਜਾਏਗੀ। ਛੋਟੀ ਜੀ ਛਪਰੀ, ਇੱਕ ਫਕੀਰ, ਕਹਾਣੀ ਹੁੰਦੀ ਹੈ, ਦ੍ਰਿਸ਼ਟਾਂਤ ਹੁੰਦਾ ਹੈ ਸਿਰਫ ਸਮਝਣ ਦੇ ਲਈ। ਇੱਕ ਛੋਟਾ ਜਿਹਾ ਇੱਕ ਫਕੀਰ ਸਵਰਗ ਦੇ ਵਿੱਚ ਚਲਾ ਗਿਆ, ਬੜਾ ਆਨੰਦ ਉੱਥੇ, ਕੋਈ ਤਕਲੀਫ ਨਹੀਂ, ਕੋਈ ਲੜ ਨਹੀਂ ਰਿਹਾ, ਕੋਈ ਝਗੜ ਨਹੀਂ ਰਿਹਾ, ਸਾਰੇ ਜਣੇ ਇੱਕ ਅਗੰਮੀ ਰਸ ਦੇ ਵਿੱਚ ਜੁੜੇ ਹੋਏ। ਕਹਿੰਦਾ ਉੱਥੇ ਕਬੀਰ ਵੀ, ਮੀਰਾ ਵੀ, ਜੈਦੇਵ ਜੀ ਵੀ, ਵੱਡੇ ਵੱਡੇ ਭਗਤ ਉੱਥੇ ਬੈਠੇ ਹੋਏ। ਉਹ ਕਹਿੰਦਾ ਹੈ ਫਕੀਰ, ਮੈਨੂੰ ਲੱਗਦਾ ਹੈ ਇਹ ਸਵਰਗ ਹੈ। ਕਿਉਂ? ਕਿਉਂਕਿ ਇੱਥੇ ਮੀਰਾ ਜੀ, ਕਬੀਰ ਜੀ, ਜੈਦੇਵ ਜੀ, ਸਦਨਾ ਜੀ ਸਾਰੇ ਬੈਠੇ ਹੋਏ ਨੇ। ਜਿਹੜੇ ਉੱਥੇ ਜਮਦੂਤ ਸਨ, ਭਗਵਾਨ ਦੇ ਦੂਤ ਬੈਠੇ ਸੀ, ਉਹ ਕਹਿੰਦੇ ਤੂੰ ਗਲਤ ਬੋਲਦਾ, ਇਹ ਪਹਿਚਾਣ ਨਹੀਂ ਇਹ ਸਵਰਗ ਹੈ। ਤਾਂ ਇੱਥੇ ਕਬੀਰ ਜੀ ਨੇ, ਕਬੀਰ ਇੱਥੇ ਹੈਗਾ ਤੇ ਤਾਂ ਇਹ ਸਵਰਗ ਬਣਿਆ, ਉਵੇਂ ਸਵਰਗ ਹੋ ਹੀ ਨਹੀਂ ਸਕਦਾ। ਜਿੱਥੇ ਕਬੀਰ ਵਰਗੇ ਰਹਿਣਗੇ ਉੱਥੇ ਸੱਚਖੰਡ ਹੀ ਹੋਏਗਾ, ਭਾਵੇਂ ਇੱਥੇ ਰਹਿਣ, ਭਾਵੇਂ ਸਰੀਰ ਛੱਡ ਕੇ ਕਿਤੇ ਹੋਰ ਚਲੇ ਜਾਣ, ਜਿੱਥੇ ਉਹ ਰਹਿਣਗੇ ਉੱਥੇ ਹੀ ਸੱਚਖੰਡ ਬਣਾ ਦੇਣਗੇ। ਵਕਾਰੀ ਮਨੁੱਖ ਜਿੱਥੇ ਮਰਜ਼ੀ ਰਹਿਣਗੇ, ਧਾਰਮਿਕ ਸਥਾਨਾਂ ਤੇ ਰਹਿਣਗੇ, ਸ਼ਾਂਤੀ ਦੇ ਸਥਾਨ ਹੁੰਦੇ ਨੇ, ਧਾਰਮਿਕ ਸਥਾਨਾਂ ਨੂੰ ਕਲੇਸ਼ ਦੀਆਂ ਥਾਵਾਂ ਵਿੱਚ ਬਦਲ ਦਿੰਦੇ ਨੇ। ਐਸੇ ਮਨੁੱਖ ਜਿਨ੍ਹਾਂ ਦੇ ਅੰਦਰ ਕਲੇਸ਼ ਨੇ, ਧਾਰਮਿਕ ਸਥਾਨਾਂ ਨੂੰ ਵੀ ਲੜਾਈਆਂ ਦਾ ਥਾਨ ਬਣਾ ਦਿੰਦੇ ਨੇ। ਜਿਨ੍ਹਾਂ ਦੇ ਆਪਣੇ ਕਲੇਸ਼ ਨੇ, ਜਿਨ੍ਹਾਂ ਦੇ ਆਪਣੇ ਕਲੇਸ਼ ਖਤਮ ਹੋ ਗਏ ਨੇ, ਯਾਦ ਰੱਖਣਾ ਮਗਹਰ ਵਰਗਿਆ ਸਥਾਨ, ਜਿਹਨੂੰ ਇਹ ਮੰਨਿਆ ਜਾਂਦਾ ਸੀ ਇੱਥੇ ਮਰਨ ਤੋਂ ਬਾਅਦ ਲੋਕੀ ਮੁਕਤ ਨਹੀਂ ਹੁੰਦੇ, ਲੋਕੀ ਮਗਹਰ ਨੂੰ ਛੱਡ ਕੇ ਦੂਜੀ ਜਗ੍ਹਾ ਚਲੇ ਜਾਂਦੇ ਸੀ,
कबीर जी कहते नहीं, मैं मगहर विच ही रहना है। सगल जन्म से पुरी बताया, मरती बार मगहर उठाया। सारा जन्म शिवपुरी विच बताया, अंत दे समय मैं मगहर आ गया। क्यों? मेरे वास्ते कांसी अते मगहर दोवें बराबर ने, दोवां विच कोई डिफरेंस नहीं। इस करके याद रखने की गल यह है, ਜਿਹੜੇ सेवक परमेश्वर ਦੇ ਨਾਲ जुड़ जाते हैं, और जुड़ना शरीर का नहीं, फिर मैं गल करा सुरत का जुड़ना है। परमेश्वर तई शरीर नहीं पहुँचना, शरीर की पहुँच परमेश्वर तई है ही नहीं, सुरत की पहुँच है। मन कर बैल सुरत कर पैंदा, ज्ञान गौन पर डारी। ये पैंडा ही सुरत का है। एक अवघट घाटी राम की, यह चढ़ रहे हो कबीर। धर्म का मार्ग है सुरत का मार्ग। सुरत का मतलब समझना, सुरत का मतलब सुनना। जिन्नी ज़्यादा सुरत गहरी हो जाएगी, उन्ना ही ज़्यादा मनुख आनंद में चला जाएगा। सुरत गहरी होने का मतलब जिन्नी ज़्यादा समझ गहरी हो जाएगी, जिन्ना ज़्यादा सुनना गहरा हो जाएगा। एक परमात्मा दे भगत का सुनना बड़ा गहरा हो जाता है, बड़ा गहरा। वो इन्ना महसूस करन लग जाता है, अपनियां गलतियां ते महसूस करता ही है, दूजे दी गलतियां तो भी सीखना शुरू कर देता है। अपनी मानसिक दशा नूं ते वेखदा ही वेखदा है, दूजे दी मानसिक दशा तो भी सीख लैंदा है, दूजियां तो भी सीख लैंदा है। और मैं बेनती करा, जिस दी सुरत हजे गहरी नहीं हुई, पत्थर वर्गा है। पत्थर ते पानी पाई जाओ, 20 साल भी पाई जाओगे, नहीं कुछ बदला आना, पत्थर विच कोई बदला नहीं होगा। जिसकी हजे सुनना ते सुरत गहरी नहीं हुई, पत्थर वर्गा दिमाग है। तो याद करना, जेडे पत्थर होंदे ने लड़ पैंदे ने, पत्थर वजदे ने एक दूजे नूं, इस करके वो झगड़ते हैं। उन्होंने निशानी भी यही है, लड़ पैंदे ने, उन्होंने निशानी भी यही है। बिना गल तो ही लड़ पैंदे ने, यह भी निशानी। मैनूं याद आउंदी है जैन फकीर, उहदी गल, कहंदा मैं अपनी जिंदगी दे विच एक तत्त कढ़िया। नदी दे विच बैठा होया मैं बंदगी कर रहा सी, बंदगी करदियां करदियां किश्ती आके मेरे विच वजी, बंदगी करदे बड़ा गुस्सा आया। तो जदों भी ਉਹਦੇ चेले मिलते सी ना, उन्होंने इक्को ही गल कहंदा हुंदा सी, ये भी किश्ती खाली है। हरेक चेला, कोई भी चेले ने कोई गल कहनी, उन्होंने कह देना ये भी किश्ती खाली है। वो दस रहा सी, मैं नदी विच बैठा बंदगी करा, एक किश्ती आके मेरे च वजी, मैनू बड़ा गुस्सा आया। इनू किश्ती वाले नू वेखदा नहीं, मेरे च लिया के इन्हें किश्ती मारी है, वेखदा नहीं है इनू। मैं खड़ा होया, खड़ा होके वेख्या, वो किश्ती का मालिक ही कोई नहीं सी। कहना मैं जोर ला के हसिया ते नाल ही गल कही, ये भी किश्ती खाली है। असल दे विच उस दिन मैनू समझ लग गई, हुण जदों भी कोई मैनू क्रोध नाल बोलदा है, ईरखा दी नज़र नाल वेखदा है, हंकार दे बोल बोलदा है, मैं गुस्से नहीं हुंदा। क्यों? मैं अगों कह देना हाँ, ये भी किश्ती खाली है। जेड़े खाली हुंदे ने, जिन्हां दे कुंडे टुटे हुंदे ने, बिना मालका तो हुंदे ने, वही दूजियां विच वजदे ने, होर वजदा ही नहीं, खाली वजदे ने। जेड़े खाली ने वो दूजियां नाल झगड़दे ने, जेड़े भर गए ने वो अपने आप नाल झगड़दे ने, अपने आप नूं बदलदे ने।
ਖਾਲੀ ਦੂਜਿਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਭਰੇ ਹੋਏ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਔਰ ਯਾਦ ਰੱਖਣਾ, ਜਿਹੜੇ ਲੋਕ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਉਹ ਪਰੇਸ਼ਾਨ ਰਹਿੰਦੇ ਨੇ। ਜਿਹੜੇ ਆਪਣੇ ਆਪ ਨੂੰ ਬਦਲਦੇ ਨੇ ਉਹ ਮਹਾਨ ਬਣ ਜਾਂਦੇ ਨੇ। ਦੂਜਿਆਂ ਨੂੰ ਬਦਲੇ ਪਰੇਸ਼ਾਨ, ਦੂਜਿਆਂ ਨਹੀਂ ਬਦਲਣਾ, ਕਿਹਨੂੰ ਬਦਲੇਗਾ? ਕਿਸੇ ਨੂੰ ਬਦਲਣ ਦੀ ਲੋੜ ਨਹੀਂ, ਆਪਣੇ ਆਪ ਨੂੰ ਬਦਲ ਲਿਆ ਜਾਏ। ਹੁਣ ਮਨੁੱਖ ਵਿੱਚ ਵਿਚਾਰ ਆਏਗਾ, ਮੈਨੂੰ ਬਦਲਣ ਦੀ ਕਾਹਦੀ ਲੋੜ ਹੈ? ਕਈ ਵਾਰੀ ਐਸਾ ਵੀ ਹੁੰਦਾ, ਜੇ ਆਪ ਜੀ ਨੇ ਅਨੁਭਵ ਕੀਤਾ ਹੋਏ, ਇਹ ਵੀ ਗੱਲ ਮੈਂ ਕਹਿ ਦਿਆਂ। ਕਈ ਵਾਰੀ ਆਪਣੇ ਮਨ ਨੂੰ ਜਦੋਂ ਅਸੀਂ ਵੇਖਦੇ ਹਾਂ, ਐਵੇਂ ਲੱਗਦਾ ਮੇਰੇ ਮਨ ਵਿੱਚ ਕੋਈ ਵਿਕਾਰ ਨਹੀਂ। ਕਈ ਵਾਰੀ ਐਸਾ ਲੱਗਦਾ ਹੈ, ਗੱਡੀ 'ਚ ਜਾ ਰਹੇ ਹਾਂ, ਕੋਈ ਵਿਚਾਰ ਨਹੀਂ ਉੱਠਿਆ। ਵੈਸੇ ਤਾਂ ਕੋਈ ਵਿਰਲਾ ਹੀ ਮਨੁੱਖ ਹੁੰਦਾ ਜਿਹੜਾ ਸਾਰਾ ਦਿਨ ਹੀ ਆਪਣੇ ਮਨ ਨੂੰ ਵੇਖਦਾ ਰਹਿੰਦਾ ਹੈ, ਇਹਦੇ ਵਿੱਚ ਇਹ ਵਿਚਾਰ ਕਿਉਂ ਆ ਰਹੇ ਨੇ, ਵਿਰਲਾ। ਕਈ ਵਾਰੀ ਐਸਾ ਹੁੰਦਾ ਹੈ, ਮਨ ਦੇ ਵਿੱਚ ਕੋਈ ਵਿਚਾਰ ਨਹੀਂ ਉੱਠਦਾ। ਮਨ ਸੋਚਦਾ ਹੈ ਮੇਰੇ ਅੰਦਰ ਤਾਂ ਕੋਈ ਵਿਕਾਰ ਨਹੀਂ, ਪਰ ਸ਼ਾਮ ਚੜ੍ਹਦਿਆਂ ਹੀ ਜਾਂ ਸਵੇਰ ਹੁੰਦਿਆਂ ਹੀ ਕੋਈ ਨਾ ਕੋਈ ਵਿਚਾਰ ਮਾੜਾ ਆ ਜਾਂਦਾ ਹੈ। ਹੁਣ ਉਹ ਮਾੜਾ ਵਿਚਾਰ ਕਿੱਥੋਂ ਆਇਆ? ਇਹਨੂੰ ਕਹਿੰਦੇ ਨੇ ਅੱਡ-ਅੱਡ ਸਾਇੰਸ, ਅੱਡ-ਅੱਡ ਵਿਗਿਆਨੀ ਲੋਕਾਂ ਦੀ, ਮਨੋਵਿਗਿਆਨੀ ਲੋਕਾਂ ਦੀ ਆਪੋ ਆਪਣੀ ਖੋਜ ਹੈ। ਭਾਵੇਂ ਗੁਰੂ ਨਾਨਕ ਤੇ ਇਹਨੂੰ ਇਸ ਚੀਜ਼ ਨਾਲ ਡਿਵਾਈਡ ਨਹੀਂ ਕਰਦੇ। ਦੁਨੀਆ ਦਾ ਇੱਕ ਵੱਡਾ ਮਨੋਵਿਗਿਆਨੀ ਹੋਇਆ ਫਰਾਇਡ। ਉਹ ਇਹਨੂੰ ਕਹਿੰਦਾ ਹੈ ਵੀ ਜਿਹੜੇ ਵਿਚਾਰ ਉੱਠਦੇ ਨੇ ਨਾ ਬਿਨਾਂ ਵੇਖੇ ਹੀ, ਇੱਕ ਸਾਡਾ ਅਵਚੇਤਨ ਮਨ ਹੈ, ਉਹਦੇ ਵਿੱਚੋਂ ਆਉਂਦਾ ਹੈ ਇਹ ਸਾਰਾ ਕੁਝ। ਇਹਨੂੰ ਅਸੀਂ ਸਿੱਧੇ ਸ਼ਬਦਾਂ 'ਚ ਕਹੀਏ, ਮਨੁੱਖ ਦੀ ਚੇਤਨਾ ਬੜੀ ਗਹਿਰੀ ਹੈ। ਇੰਨੀ ਗਹਿਰੀ ਹੈ, ਇਹ ਸਾਰੀ ਚੇਤਨਾ ਦਾ ਦ੍ਰਿਸ਼ਟਾ ਕਦੇ ਵੀ ਮਨੁੱਖ ਨਹੀਂ ਬਣ ਸਕਦਾ। ਬੜਾ ਗਹਿਰਾ ਤਲ ਹੈ ਮਨ ਦਾ। ਮਨ ਆਪਣੇ ਆਪ 'ਚ ਜੋਤ ਸਰੂਪ ਹੈ ਤੇ ਜੋਤ ਦਾ ਅੰਤ ਨਹੀਂ ਬਣ ਸਕਦਾ ਦ੍ਰਿਸ਼ਟਾ ਬਣ ਕੇ। ਜਦੋਂ ਅਸੀਂ ਆਪਣੇ ਮਨ ਨੂੰ ਵੇਖਦੇ ਹਾਂ, ਬੜੀਆਂ ਚੀਜ਼ਾਂ ਸਾਡੀ ਪਕੜ ਵਿੱਚ ਨਹੀਂ ਆਉਂਦੀਆਂ, ਪਰ ਉਹ ਗਹਿਰੇ ਤਲ ਤੇ ਹੁੰਦੀਆਂ ਨੇ ਅੰਦਰ। ਸੰਸਕਾਰਾਂ ਦੇ ਰੂਪ ਵਿੱਚ ਅੰਦਰ ਹੈਗੀਆਂ ਨੇ, ਵੇਖਦੀਆਂ ਨਹੀਂ, ਬੜੇ ਗਹਿਰੇ ਰੂਪ 'ਚ ਅੰਦਰ ਪਈਆਂ ਨੇ। ਇਹ ਉਦੋਂ ਮਹਿਸੂਸ ਹੋਏਗਾ ਜਦੋਂ ਗਹਿਰੇ ਚਲੇ ਜਾਵਾਂਗੇ। ਔਰ ਯਾਦ ਰੱਖਣਾ, ਜਿਸ ਦਿਨ ਮਨੁੱਖ ਗਹਿਰਾ ਚਲਾ ਜਾਂਦਾ ਹੈ ਨਾ, ਉਸਦੀ ਇੱਕ ਪਹਿਚਾਣ ਇਹ ਹੈ, ਉਹ ਪਰਮਾਤਮਾ ਕੇ ਹੱਥ ਜੋੜ ਦੇਗਾ, ਪਰਮਾਤਮਾ ਮੇਰੇ ਵੱਸ ਦਾ ਕੁਝ ਵੀ ਨਹੀਂ। ਇਹ ਪਹਿਚਾਣ ਹੈ ਉਹਦੀ। ਬਹੁਤ ਜ਼ਿਆਦਾ ਝੁਕਿਆ ਹੋਏਗਾ ਉਹ ਮਨੁੱਖ ਜਿਹੜਾ ਪਰਮਾਤਮਾ ਦੇ ਮਾਰਗ ਤੇ ਤੁਰ ਪਿਆ ਤੇ ਸੁਰਤ ਚੱਲ ਪਈ। ਜਿਨ੍ਹਾਂ ਦੀ ਸੁਰਤ ਨਹੀਂ ਤੁਰੀ, ਉਹਨਾਂ ਦੀ ਪਹਿਚਾਣ ਇਹ ਹੈ, ਉਹ ਇਹ ਕਹਿ ਦਿੰਦੇ ਨੇ ਪਰਮਾਤਮਾ ਦੇ ਮਾਰਗ ਤੇ ਤੁਰੇ ਹਾਂ, ਅਸੀਂ ਸਾਰਾ ਕੁਝ ਹੀ ਹਾਂ।